हाँ जी बेटा, ਆਪਾਂ ਸੈਕਸ਼ਨ ਸੀ ਦਾ 3rd ਚੈਪਟਰ ਰੀਡ ਕਰ ਰਹੇ ਸੀ ਭੋਲੀ। ਉਹਨੂੰ ਅੱਜ ਆਪਾਂ ਪੇਜ ਨੰਬਰ 135 ਦੇ ਉੱਪਰ ਕੰਟੀਨਿਊ ਕਰਦੇ ਹਾਂ। Suddenly भोली noticed that the teacher was standing by her side smiling at her। ਤਾਂ ਜਿਵੇਂ ਹੀ ਭੋਲੀ ਸਕੂਲ ਦੇ ਵਿੱਚ ਚਲੀ ਜਾਂਦੀ ਹੈ, ਠੀਕ ਕਲਾਸਰੂਮ ਦੇ ਵਿੱਚ ਬੈਠੀ ਹੁੰਦੀ ਹੈ, ਤਾਂ ਪਹਿਲਾਂ ਉਹ ਪਿਕਚਰਸ ਦੇਖਦੀ ਹੈ। ਉਸ ਤੋਂ ਬਾਅਦ ਜਦੋਂ ਪਿਕਚਰਸ ਉਹਦੀ ਨਜ਼ਰ ਹਟਦੀ ਹੈ ਤਾਂ ਦੇਖਦੀ ਹੈ ਵੀ ਟੀਚਰ ਉਹਦੇ ਕੋਲ ਖੜੀ ਉਹਦੇ ਵੱਲ ਦੇਖ ਕੇ ਸਮਾਈਲ ਕਰ ਰਹੀ ਹੈ। ਵਾਟਸ ਯੂਅਰ ਨੇਮ ਲਿਟਲ ਵਨ। ਤਾਂ ਉਹ ਪੁੱਛਦੀ ਹੈ ਭੋਲੀ ਨੂੰ ਕਿ ਤੁਹਾਡਾ ਨੇਮ ਕੀ ਹੈ। ਭੋ ਸ਼ੀ ਕੁਡ ਸਟੈਮਰ ਨੋ ਫਰਦਰ ਦੈਨ ਦੈਟ। ਕਿਉਂਕਿ ਇੱਕ ਤਾਂ ਭੋਲੀ ਡਰੀ ਹੋਈ ਹੈ, ਇੱਕ ਉਹ ਹਕਲਾ ਕੇ ਬੋਲਦੀ ਹੈ, ਸਟੈਮਰ ਕਰਕੇ ਬੋਲਦੀ ਹੈ। ਸੋ ਉਹਦੇ ਤੋਂ ਆਪਣਾ ਜਿਹੜਾ ਪੂਰਾ ਨੇਮ ਹੈ ਉਹ ਬੋਲਿਆ ਨਹੀਂ ਜਾਂਦਾ। ਦੈਨ ਸ਼ੀ ਬਿਗੇਨ ਟੂ ਕਰਾਈ ਐਂਡ ਟੀਅਰਸ ਫਲੋਡ ਫਰੋਮ ਹਰ ਆਈਜ਼ ਇਨ ਹੈਲਪਲੈਸ ਫਲੱਡ। ਤਾਂ ਉਹ ਰੋਣਾ ਸ਼ੁਰੂ ਕਰ ਦਿੰਦੀ ਹੈ। ਉਹਦੀ ਅੱਖਾਂ ਦੇ ਵਿੱਚੋਂ ਜਿਵੇਂ ਕੋਈ ਹੜ੍ਹ ਆਇਆ ਹੋਵੇ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਹੈ। ਸ਼ੀ ਕੈਪਟ ਹਰ ਹੈਡ ਡਾਊਨ ਐਜ਼ ਸ਼ੀ ਸੈਟ ਇਨ ਹਰ ਕਾਰਨਰ। ਤਾਂ ਆਪਣਾ ਸਿਰ ਨੀਚੇ ਕਰਕੇ ਉਸ ਕਾਰਨਰ ਦੇ ਵਿੱਚ ਬੈਠੀ ਰਹਿੰਦੀ ਹੈ। नॉट डेयरिंग टू लुक अप एट द गर्ल्स हू शी न्यू वर स्टिल लाफिंग एट हर। उस इन्नी हिम्मत नहीं होंगी कि अपना सिर उपर चक के देखे, क्योंकि उन्होंने लगता है कि जिहड़ियां लड़कियां ने अजे भी उहदे उपर हस रही होणगियां। वैन द स्कूल बैल रैंग ऑल द गर्ल्स स्करीड आउट ऑफ द क्लासरूम बट भोली डेयर नॉट लीव हर कॉर्नर। तो स्कूल बैल वज जाती है, लड़कियां बड़ी जल्दी नाल क्लासरूम तो बाहर जांदियां ने, बट भोली च अजे भी इन्नी हिम्मत नहीं कि उस कॉर्नर ਨੂੰ ਛੱਡ ਸਕੇ। ਹਰ ਹੈਡ ਸਟਿਲ ਲੋਅਰਡ ਸ਼ੀ ਕੈਪਟ ਔਨ ਸੋਬਿੰਗ। ਉਹਦਾ ਸਿਰ ਅਜੇ ਵੀ ਨੀਚੇ ਅਤੇ ਹੌਂਕੇ ਲੈ ਲੈ ਕੇ ਰੋ ਰਹੀ ਹੈ। ਭੋਲੀ ਦ ਟੀਚਰਸ ਵੌਇਸ ਵਾਸ ਸੋ ਸੌਫਟ ਐਂਡ ਸੂਦਿੰਗ। ਤਾਂ ਟੀਚਰ ਉਹਦਾ ਆ ਕੇ ਨੇਮ ਲੈਂਦੀ ਹੈ, ਉਹਨੂੰ ਬੁਲਾਉਂਦੀ ਹੈ। ਤਾਂ ਜੋ ਟੀਚਰ ਦੀ ਆਵਾਜ਼ ਹੈ ਬੜੀ ਸੌਫਟ ਹੈ, ਬੜੀ ਸੂਦਿੰਗ ਹੈ, ਕੰਫਰਟ ਦੇਣ ਵਾਲੀ ਹੈ। ਇਨ ਆਲ ਹਰ ਲਾਈਫ ਸ਼ੀ ਹੈਡ ਨੈਵਰ ਬੀਨ ਕਾਲਡ ਲਾਈਕ ਦੈਟ ਇਟ ਟਚ ਹਰ ਹਾਰਟ। ਤਾਂ ਪੂਰੀ ਲਾਈਫ ਦੇ ਵਿੱਚ ਇੰਨੇ ਪਿਆਰ ਨਾਲ ਭੋਲੀ ਨੂੰ ਕਦੇ ਕਿਸੇ ਨੇ ਨਹੀਂ ਬੁਲਾਇਆ ਹੁੰਦਾ। ਸੋ ਇਹ ਆਵਾਜ਼ ਉਹਦੇ ਦਿਲ ਨੂੰ ਟੱਚ ਕਰ ਜਾਂਦੀ ਹੈ। ਗੈਟ ਅਪ ਸੈਡ ਦਾ ਟੀਚਰ, ਇਟ ਵਾਜ਼ ਨਾਟ ਅ ਕਮਾਂਡ ਬਟ ਜਸਟ ਅ ਫਰੈਂਡਲੀ ਸੁਜੈਸ਼ਨ। ਭੋਲੀ ਗॉट ਅਪ। ਤਾਂ ਟੀਚਰ ਨੂੰ ਕਹਿੰਦੀ ਹੈ ਖੜੇ ਹੋਵੋ। ਇਹ ਕੋਈ ਆਰਡਰ ਨਹੀਂ ਸੀ ਟੀਚਰ ਦੇ ਕਹਿਣ ਦਾ, ਜੋ ਤਰੀਕਾ ਸੀ ਬੜੇ ਪਿਆਰ ਨਾਲ, ਬੜੀ ਫਰੈਂਡਲੀ ਇੱਕ ਸੁਜੈਸ਼ਨ ਸੀ। ਸੋ ਭੋਲੀ ਇੰਨੇ ਪਿਆਰ ਵਾਲੀ ਗੱਲ ਸੁਣ ਕੇ ਉੱਠ ਜਾਂਦੀ ਹੈ। ਨਾਓ ਟੈਲ ਮੀ ਯੂਰ ਨੇਮ। ਤਾਂ ਟੀਚਰ ਪੁੱਛਦੀ ਹੈ ਮੈਨੂੰ ਆਪਣਾ ਨਾਮ ਦੱਸੋ। ਸਵੈਟ ਬ੍ਰੋਕ ਆਊਟ ਓਵਰ ਹਰ ਹੋਲ ਬੋਡੀ। ਤਾਂ ਭੋਲੀ ਦੀ ਪੂਰੀ ਬੋਡੀ ਦੇ ਵਿੱਚੋਂ ਪਸੀਨਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਡਰ ਜਾਂਦੀ ਹੈ। ਵੁੱਡ ਹਰ ਸਟੈਮਰਿੰਗ ਟੰਗ ਅਗੇਨ ਡਿਸਗ੍ਰੇਸ ਹਰ। ਤਾਂ ਉਹ ਸੋਚ ਰਹੀ ਹੈ ਵੀ ਜਿਹੜੀ ਉਹਦੀ ਸਟੈਮਰ ਕਰਨ ਵਾਲੀ ਜ਼ੁਬਾਨ ਹੈ, ਟੰਗ ਹੈ, ਉਹਨੂੰ ਫਿਰ ਤੋਂ ਉਹਦੀ ਇਨਸਲਟ ਕਰਵਾਏਗੀ। ਫॉर द ਸੇਕ ऑफ दिस काइंड वूमेन हावेवर शी डिसाइडेड टू मेक एन एफर्ट। बट टीचर ਇੰਨੀ ਜ਼ਿਆਦਾ ਕਾइंड ਹੁੰਦੀ ਹੈ, ਉਹਦੇ ਲਈ ਉਹ ਦੁਬਾਰਾ ਤੋਂ ਇੱਕ ਐਫਰਟ ਕਰਦੀ ਹੈ, ਕੋਸ਼ਿਸ਼ ਕਰਦੀ ਹੈ ਬੋਲਣ ਦੀ। शी हैड सच अ सूदिंग वॉइस शी वुड नैवर लाफ एट हर। क्योंकि भोली ਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਕਿ ਟੀਚਰ ਇੰਨੀ ਜ਼ਿਆਦਾ ਕਾइंड ਹੈ, ਇੰਨੀ ਅੱਛੀ ਹੈ ਕਿ ਉਹਦੀ ਆਵਾਜ਼ ਇੰਨੀ ਸੂਦਿੰਗ ਹੈ, ਇੰਨਾ ਕੰਫਰਟ ਦੇਣ ਵਾਲੀ ਹੈ ਕਿ ਇਹਨੂੰ ਲੱਗਦਾ ਹੈ ਕਿ ਟੀਚਰ ਮੇਰੇ 'ਤੇ ਨਹੀਂ ਹੱਸੇਗੀ। ਭੋ ਸ਼ੀ ਬਿਗੇਨ ਟੂ ਸਟੈਮਰ। ਤਾਂ ਫਿਰ ਤੋਂ ਭੋਲੀ ਸਟੈਮਰ ਕਰਕੇ ਬੋਲਣ ਦੀ ਕੋਸ਼ਿਸ਼ ਕਰਦੀ ਹੈ। ਵੈਲ ਡਨ ਦ ਟੀਚਰ ਐਨਕਰੇਜ ਹਰ ਕਮ ਔਨ ਨਾਓ ਦ ਫੁੱਲ ਨੇਮ। ਤਾਂ ਟੀਚਰ ਨੂੰ ਹੌਸਲਾ ਦੇ ਰਹੀ ਹੈ, ਕਹਿੰਦੀ ਹਾਂ ਬਹੁਤ ਅੱਛਾ, ਤੁਸੀਂ ਆਪਣਾ ਪੂਰਾ ਨਾਮ ਦੱਸੋ। ਭੋ ਭੋਲੀ। ਐਟ ਲਾਸਟ ਸ਼ੀ ਵਾਜ਼ ਏਬਲ ਟੂ ਸੇ ਇਟ। ਫਾਈਨਲੀ ਭੋਲੀ ਆਪਣਾ ਨੇਮ ਲੈ ਲੈਂਦੀ ਹੈ, ਬੋਲ ਦਿੰਦੀ ਹੈ। ਫੈਲਟ ਰਿਲੀਵਡ। ਬੜਾ ਉਹਨੂੰ ਰਿਲੀਫ ਮਿਲਦਾ ਹੈ। ਐਜ਼ ਇਫ ਅ ਗ੍ਰੇਟ ਇਟ ਵਾਜ਼ ਅ ਗ੍ਰੇਟ ਅਚੀਵਮੈਂਟ। ਉਹਨੂੰ ਲੱਗਦਾ ਹੈ ਜਿਵੇਂ ਉਹਦੀ ਲਾਈਫ ਦੇ ਵਿੱਚ ਉਹਨੇ ਕੋਈ ਬਹੁਤ ਵੱਡੀ ਅਚੀਵਮੈਂਟ ਗੇਨ ਕੀਤੀ ਹੋਵੇ, ਬਹੁਤ ਵੱਡੀ ਪ੍ਰਾਪਤੀ ਲਈ ਹੋਵੇ। ਵੈਲ ਡਨ। ਦ ਟੀਚਰ ਪੈਟਡ ਹਰ ਅਫੈਕਸ਼ਨੇਟਲੀ ਐਂਡ ਸੈਡ ਪੁੱਟ ਦ ਫੀਅਰ ਆਊਟ ਆਫ ਯਰ ਹਾਰਟ ਐਂਡ ਯੂ ਵਿਲ ਬੀ ਏਬਲ ਟੂ ਸਪੀਕ ਲਾਈਕ ਐਵਰੀ ਵਨ ਐਲਸ। ਤਾਂ ਟੀਚਰ ਬੜੀ ਖੁਸ਼ ਹੁੰਦੀ ਹੈ, ਉਹਨੂੰ ਪਿਆਰ ਨਾਲ ਥਪਥਪਾਉਂਦੀ ਹੈ, ਸ਼ਾਬਾਸ਼ ਦਿੰਦੀ ਹੈ, ਉਹਨੂੰ ਸਮਝਾਉਂਦੀ ਹੈ ਕਿ ਆਪਣੇ ਦਿਲ ਦੇ ਵਿੱਚ ਜੋ ਤੁਹਾਡੇ ਫੀਅਰ ਹੈ, ਜੋ ਡਰ ਹੈ, ਉਹਨੂੰ ਬਾਹਰ ਕੱਢੋ। ਯੂ ਵਿਲ ਬੀ ਏਬਲ ਟੂ ਸਪੀਕ ਲਾਈਕ ਐਵਰੀ ਵਨ ਐਲਸ। ਕਹਿੰਦੀ ਤੁਸੀਂ ਵੀ ਇੱਕ ਦਿਨ ਬਾਕੀ ਸਾਰੀ ਤਰ੍ਹਾਂ ਬੋਲ ਸਕੋਗੇ। ਭੋਲੀ ਲੁਕਡ ਅਪ ਐਜ਼ ਇਫ ਟੂ ਆਸਕ ਰੀਅਲੀ। ਤਾਂ ਭੋਲੀ ਆਪਣੇ ਟੀਚਰ ਵੱਲ ਇਸ ਤਰ੍ਹਾਂ ਦੇਖਦੀ ਹੈ ਜਿਵੇਂ ਉਹਦੇ ਤੋਂ ਪੁੱਛ ਰਹੀ ਹੋਵੇ ਕਿ ਸੱਚਮੁੱਚ। ਯੈਸ ਇਟ ਵਿਲ ਬੀ ਵੈਰੀ ਈਜ਼ੀ। ਤਾਂ ਟੀਚਰ ਨੂੰ ਕਹਿੰਦੀ ਹਾਂ ਬਹੁਤ ਸੌਖਾ ਹੈ। ਯੂ ਜਸਟ ਕਮ ਟੂ ਸਕੂਲ ਐਵਰੀ ਡੇ ਐਂਡ ਵਿਲ ਯੂ ਕਮ। ਭੋਲੀ ਨੋਡਡ ਨੋ ਸੇ ਇਟ ਅਲਾਊਡ। ਤਾਂ ਟੀਚਰ ਨੂੰ ਕਹਿੰਦੀ ਤੁਸੀਂ ਕਰਨਾ ਕਿ ਤੁਸੀਂ ਡੇਲੀ ਸਕੂਲ ਆਉਣਾ ਹੈ। ਫਿਰ ਤੋਂ ਕੁਐਸਚਨ ਪੁੱਛਦੇ ਵੀ ਕੀ ਤੁਸੀਂ ਸਕੂਲ ਆਉਂਗੇ। ਭੋਲੀ ਆਪਣਾ ਸਿਰ ਹਿਲਾ ਦਿੰਦੀ ਹੈ, ਬਟ ਟੀਚਰ ਨੂੰ ਕਹਿੰਦੇ ਕਿ ਨਹੀਂ ਮੈਨੂੰ ਉੱਚੀ ਬੋਲ ਕੇ ਦੱਸੋ। ਯੈਸ ਐਂਡ ਭੋਲੀ ਹਰਸੈਲਫ ਵਾਜ਼ ਐਸਟੋਨਿਸ਼ਡ ਦੈਟ ਸ਼ੀ ਹੈਡ ਬੀਨ ਏਬਲ ਟੂ ਸੇ ਇਟ। ਤਾਂ ਭੋਲੀ ਬੜੀ ਹੈਰਾਨ ਹੁੰਦੀ ਹੈ, ਉਹਨੂੰ ਆਪਣੇ ਆਪ 'ਤੇ ਮਤਲਬ ਹੈਰਾਨੀ ਹੁੰਦੀ ਹੈ, ਯਕੀਨ ਨਹੀਂ ਆ ਰਿਹਾ ਕਿ ਸੱਚਮੁੱਚ ਮੈਂ ਬੋਲਿਆ ਯੈਸ।
आई टैल यू नाउ टेक दिस बुक, मैं तुहानूं कहा सी ना तुसीं बोल सकोगे हुणे बुक लो। द बुक वॉज फुल ऑफ नाइस पिक्चर्स एंड द पिक्चर्स वर इन कलर dog, cat, god, horse, parrot, tiger and a cow, yes, Lakshmi. And with every picture was a word in big black letters. ਤਾਂ ਜਿਹੜੀ ਉਹ ਵਾਲੀ ਪਿਕਚਰ ਜੋ ਟੀਚਰ ਨੂੰ ਦਿੰਦੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਪਿਕਚਰਸ ਹੁੰਦੀਆਂ ਨੇ, ਹਰ ਇੱਕ ਪਿਕਚਰ ਦੇ ਨੀਚੇ ਉਸਦਾ ਨਾਮ ਵੀ ਲਿਖਿਆ ਹੋਇਆ, ਜਿਸ ਦੀ ਪਿਕਚਰ ਉਹਦਾ ਨਾਮ ਵੀ ਨੀਚੇ ਲਿਖਿਆ ਹੋਇਆ, ਜਿਸ ਤਰ੍ਹਾਂ ਡੌਗ ਦੀ ਪਿਕਚਰ ਵੀ ਬਣਾਈ ਹੋਈ ਹੈ ਔਰ ਨੀਚੇ ਡੌਗ ਵੀ ਲਿਖਿਆ ਹੋਇਆ ਬਲੈਕ ਅਕਸ਼ਰ ਦੇ ਵਿੱਚ। ਕੈਟ, ਗॉट, हॉर्स है, पैरट है, टाइगर तो एक काऊ की पिक्चर जी उसकी लक्ष्मी की तरह ही है। इन 1 मंथ यू विल बी एबल टू रीड दिस बुक, कहती हाँ तुम 1 महीने ये वाली बुक पढ़न के एबल होंगे। दैन आई विल गिव यू अ बिगर बुक, फिर मैं तुम्हें एक बड़ी बुक दूँगी। दैन अ स्टिल बिगर वन, फिर उस तो बड़ी बुक मिलेगी। इन टाइम यू विल बी एबल मोर लर्न एंड दैन एनी वन एल्स इन द विलेज, फिर तुम कहनी पिंड के सब तो ज़्यादा पढ़ी लिखी बन जाओगे। दैन नो वन विल एवर बी एबल टू लाफ एट यू, फिर कोई भी तुहाडे ते नहीं हस सकेगा। पीपल विल लिसन टू यू विद रिस्पैक्ट, और लोग तुहानूं बड़ी रिस्पैक्ट नाल सुणनगे। यू विल बी एबल टू स्पीक विदाउट द स्लाइटेस्ट स्टैमर, अंडरस्टैंड, कहते फिर तुसीं बिना हकलाए बोल सकोगे, तुहाडे बोलने में हल्का भी हकलापन नहीं आएगा, समझे। नाउ गो होम, कहती हुण अपने घर जाओ। कम बैक एंड कम टुमारो मॉर्निंग, हुण अपने घर जाओ और कल तुसीं सवेरे आउणा है। बोहली फेल्ट एज इफ सडनली ऑल द बेल्स इन द विलेज टेंपल वर रिंग एंड द ट्रीज इन फ्रंट ऑफ द स्कूल हाउस हैड ब्लॉसम्ड इनटू अ बिग फ्लड। द हार्ट वॉज थ्रॉबिंग विद अ न्यू होप एंड अ न्यू लाइफ। हुण टीचर नाल इन्नियां क गल्लां करन तो बाद बोहली बड़ी खुश है, मतलब इटरनली वो बहुत ज़्यादा हैप्पी है। और उन्होंने मतलब की फील हो रहा है कि जिस तरह मंदिर के बहुत सारिया बैल्स बज रही हो, घंटियां बज रही हो, जोड़ा स्कूल के हाउस के सामने ट्रीज़ ने जिमें उन्होंने उपर बहुत वड्डे वड्डे फ्लावर्स खिले हुए हों, और वो दिल के एक नवी होप जाग पैंदी है, एक आस जाग पैंदी है। उन्होंने लगता है भी जी मेरी लाइफ हम चेंज होएगी। दस द ईयर्स पास्ट, इस तरह बहुत साल निकल जाते हैं। द विलेज विकेम अ स्मॉल टाउन, जोड़ा उन्होंने छोटा जिहा पिंड होंदा है, एक छोटा जिहा कस्बा बन जाता है। लिटिल प्राइमरी स्कूल विकेम हाई स्कूल, जोड़ा उन्होंने स्कूल के प्राइमरी स्कूल होंदा है पिंड दे विच, वो हुण हाई स्कूल हो जाता है। देर वर नाउ अ सिनेमा अंडर टिन शैड, तो उत्थे एक छोटा जिहा सिनेमा भी बन जाता है। एंड गिनिंग मिल, उत्थे एक मिल लग जाती है। द मेल ट्रेन विगेन टू स्टॉप एट द रेलवे स्टेशन, और उत्थों के रेलवे स्टेशन के उपर एक मेल ट्रेन भी रुकना शुरू कर देती है। मीनस कि सारी गल्लां तो की पता लगता है कि उन्होंने पिंड के विच भी बहुत सारी डेवलपमेंट हो जाती है, तरक्की हो जाती है, विकास हो जाता है। वन नाइट आफ्टर डिनर रामलाल सैड टू हिज वाइफ, दैन शैल आई एक्सैप्ट बिशंबरस प्रपोजल। तो एक रात खाना खाने तो बाद रामलाल अपनी वाइफ के नाल गल कर रहा है, कहता फिर मैनू बिशंबर का प्रपोजल एक्सैप्ट कर लेना चाहिए, स्वीकार कर लेना चाहिए। यस सर्टनली हिज वाइफ सैड, उसकी वाइफ कहती हाँ। भोली विल बी लक्की टू गेट सच टू डू ब्राइड ग्रूम, भोली बड़ी लक्की होगी जिन्होंने इस तरह का लड़का मिलता है मैरिज के लिए। अ बिग शॉप, अ हाउस ऑफ हिज ऑन एंड आई हियर सेवरल थाउजेंड्स इन अ बैंक, मोर ओवर ही इज़ नॉट आस्किंग फॉर एनी डॉगी। कहती उसकी प्रॉपर्टी देखो कितनी है, बहुत वड्डी शॉप है वो कोले, अपना घर है, ठीक है, बहुत सारा पैसा बैंक के बैलेंस भी है वो कोले, बैंक बैलेंस भी है। और उपर की कहनी मोर ओवर होर ज़्यादा अच्छी गल की है कि उन्हें भोली नाल मैरिज कराने लिए बन गया, पर उन्हें कोई दाज भी नहीं मंगया। दैट साइड बट ही इज़ नॉट सो यंग, यू नो ऑलमोस्ट द सेम एज आई एम एंड ही आल्सो लिव्स। पर रामलाल कहता भी हाँ, कहता पर वो यंग नहीं है, जवान नहीं है, उसकी एज मेरी जिन्नी एज है, और उपर की कि वो लंगड़ा के भी चलता है, हैंडीकैप्ड भी है। मोर ओवर द चिल्ड्रन फ्रॉम हिज फर्स्ट वाइफ क्वाइट ग्रोन अप, मतलब बिशंबर की री मैरिज होएगी क्योंकि जी उसकी पहला वाली वाइफ से जोड़े बच्चे ने काफ़ी बड़े हो चुके हैं। सो वट डज इट मैटर, हिज वाइफ रिप्लाइड। ये सारी गल्लां सुन के वाइफ कहती फिर की होया, 45 और 50 इज़ नॉट ग्रेट एज फॉर अ मैन, कहती 40 45 या 50 साल किसी कोई ज़्यादा एज नहीं होंगी। वी आर लक्की दैट ही इज़ फ्रॉम अनदर विलेज, कहती आप लक्की हाँ क्योंकि बिशंबर किसी होर पिंड तो है एंड ही डजंट नो अबाउट हर पॉक मार्क्स एंड हर लैक ऑफ सेंस। और बिशंबर को हजे तक ये नहीं पता कि
ਭੋਲੀ ਦੇ ਫੇਸ ਦੇ ਉੱਪਰ ਪੌਕ ਮਾਰਕਸ ਪਏ ਹੋਏ ਹੈ ਔਰ ਉਹ ਜ਼ਿਆਦਾ ਇੰਟੈਲੀਜੈਂਟ ਵੀ ਨਹੀਂ ਹੈਗੀ। ਇਫ ਵੀ ਡੋਂਟ ਐਕਸੈਪਟ ਇਸ ਪ੍ਰਪੋਜ਼ਲ ਸ਼ੀ ਮੇ ਰਿਮੇਨ ਅਨਮੈਰਿਡ ਆਲ ਹਰ ਲਾਈਫ, ਯਾਨੀ ਪਰ ਜੇ ਆਪਾਂ ਇਹ ਵਾਲਾ ਜਿਹੜਾ ਪ੍ਰਪੋਜ਼ਲ ਹੈ ਉਹ ਐਕਸੈਪਟ ਨਹੀਂ ਕਰਾਂਗੇ ਤਾਂ ਉਹ ਪੂਰੀ ਲਾਈਫ ਅਨਮੈਰਿਡ ਰਹਿ ਜਾਏਗੀ। ਯੈਸ ਵਟ ਆਈ ਵੰਡਰ ਵਟ ਭੋਲੀ ਵਿਲ ਸੇ, ਵਟ ਵਿਲ ਦ ਟਵਿਟਲੈਸ ਵਨ ਸੇ ਸ਼ੀ ਇਜ਼ ਲਾਈਕ ਅ ਡਮ ਕਾਊ। ਬਟ ਰਾਮ ਲਾਲ ਅਜੇ ਵੀ ਡਾਊਟਫੁਲ ਹੈ, ਕਹਿੰਦਾ ਜਦੋਂ ਇਹ ਸਾਰੀ ਗੱਲ ਭੋਲੀ ਨੂੰ ਪਤਾ ਲੱਗੂਗੀ ਤਾਂ ਉਹ ਕੀ ਸੋਚੂਗੀ। ਬਟ ਮਦਰ ਕਹਿ ਰਹੀ ਕਹਿੰਦੀ ਜਿਹੜੀ ਉਹ ਡੰਬ ਕਾਊ ਹੈ ਜਿਹਨੂੰ ਬੋਲਣਾ ਨਹੀਂ ਆਉਂਦਾ ਉਹ ਇਸ ਬਾਰੇ ਕੀ ਕਹਿ ਸਕਦੀ ਹੈ। ਮੇ ਬੀ ਯੂ ਆਰ ਰਾਈਟ ਮਟਰ ਰਾਮ ਲਾਲ। ਤਾਂ ਰਾਮ ਲਾਲ ਫਾਈਨਲੀ ਆਪਣੀ ਵਾਈਫ ਦੀ ਗੱਲ ਮੰਨ ਲੈਂਦੇ, ਕਹਿੰਦਾ ਸ਼ਾਇਦ ਤੁਸੀਂ ਠੀਕ ਹੀ ਕਹਿ ਰਹੇ ਹੋ।